ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੌਲ ਸਾਹਿਬ ਵੈਰੀ ਵੈਰੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ। ਜੀ ਸਤਿ ਸ਼੍ਰੀ ਅਕਾਲ ਅਰਸ਼, ਬਹੁਤ ਮਿਹਰਬਾਨੀ। ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ ਜੀ। ਜੌਲ ਸਾਹਿਬ ਟੁਡੇ ਇਜ਼ ਕਹਿ ਲਓ ਕਿ ਅੱਜ 118ਵਾਂ ਦਿਨ ਹੈ ਜੀ 2022 ਦਾ, ਤੇ ਅੱਜ ਮੌਸਮ ਬਹੁਤ ਹੀ ਖੂਬਸੂਰਤ ਰਹਿਣ ਵਾਲਾ ਜੀ, ਸਨੀ ਐਂਡ ਥੋੜਾ ਜਿਹਾ ਮਿਕਸਚਰ ਹੋਵੇਗਾ ਜੀ ਆਫ ਕਲਾਉਡ, ਪਰੰਤੂ ਸੈਟਰਡੇ ਤੱਕ ਤਾਂ ਬਹੁਤ ਵਧੀਆ ਮੌਸਮ ਹੋਣ ਵਾਲਾ ਜੀ। ਬਿਲਕੁਲ ਅਰਸ਼, ਹੁਣ ਇਸ ਤੋਂ ਵੱਧ ਤਾਂ ਖੂਬਸੂਰਤ ਕੀ ਹੋ ਸਕਦਾ ਵੀ ਹਵਾ ਵੀ ਤੁਹਾਡੇ ਆਲੇ ਦੁਆਲੇ ਵਿੱਚ ਸਾਫ਼ ਹੋਵੇ, ਪਾਣੀ ਵੀ ਤੁਹਾਡੇ ਆਲੇ ਦੁਆਲੇ ਦੇ ਵਿੱਚ ਸਾਫ਼ ਹੋਵੇ, ਆਕਾਸ਼ ਨੀਲਾ ਨਜ਼ਰ ਆਉਂਦਾ ਹੋਵੇ ਤੇ ਵਿੱਚ ਸੂਰਜ ਚਮਕਦਾ ਹੋਵੇ ਤੇ ਟੈਂਪਰੇਚਰ ਗਰਮ ਹੋਵੇ ਨਾ, ਗਰਮ ਦੀ ਬਜਾਏ ਵੀ ਚਲੋ ਸਿੰਗਲ ਡਿਜਿਟ ਦੇ ਵਿੱਚ ਹੀ ਆ ਅੱਜ ਤਾਂ। ਤੇ ਉਸ ਲਿਹਾਜ਼ ਨਾਲ ਇਹ ਆ ਜੀ ਵੀ ਅਗਲੇ ਦਿਨਾਂ ਦੇ ਵਿੱਚ ਜਾਣੀ ਇਹ ਸੁਹਾਵਣਾ ਮੌਸਮ ਜਾਰੀ ਰਹਿਣ ਦੀ ਸੰਭਾਵਨਾ ਹੀ ਆ, ਵੀ ਸਟੇਬਲ ਵੀ ਹੋਊਗਾ। GTA ਦੇ ਵਿੱਚ ਧੁੱਪ ਲੱਗਣ ਦੀ ਵੀ ਪੂਰੀ ਜਿਹੜੀ ਆ ਉਹ ਆਸ ਹੈ ਵੀ ਜਿਸ ਤਰ੍ਹਾਂ ਤੁਸੀਂ ਕਿਹਾ ਸ਼ਨੀਚਰਵਾਰ ਤੱਕ ਟੈਂਪਰੇਚਰ ਜਿਹੜਾ ਦਿਨ ਦੇ ਟਾਈਮ ਜਾਣੀ ਵੱਧ ਕੇ ਅਗਲੇ ਦਿਨਾਂ ਦੇ ਵਿੱਚ ਡਬਲ ਡਿਜਿਟ ਦੇ ਵਿੱਚ 16 ਡਿਗਰੀ ਸੈਂਟੀਗ੍ਰੇਡ ਦੇ ਆਸ-ਪਾਸ ਪਹੁੰਚਣ ਦੀ ਸੰਭਾਵਨਾ ਹੈਗੀ ਆ ਜੀ। ਪਰ ਕੁੱਲ ਮਿਲਾ ਕੇ ਜਿੱਥੇ ਉੱਥੇ ਪੰਜਾਬ ਦੇ ਵਿੱਚ ਲੋਕ 45-46 ਡਿਗਰੀ ਸੈਂਟੀਗ੍ਰੇਡ ਦੀ ਗੱਲ ਕਰ ਰਹੇ ਆ ਜੀ, ਤੇ ਮਾਰਕ ਤੇ ਧੂੜ ਤੇ ਹੋਰ ਪ੍ਰਦੂਸ਼ਣ ਹਵਾ ਦੇ ਵਿੱਚ ਕੋਈ ਪਤਾ ਨਹੀਂ ਲੱਗ ਰਿਹਾ ਵੀ ਆਪ ਹੀ ਫੈਲਾਇਆ ਹੋਇਆ। ਵੈਸੇ ਤੇ ਉਦਾਂ ਜਦੋਂ ਕੋਵਿਡ ਦਾ ਹੋ ਗਿਆ ਸੀ ਨਾ ਲੋਕਡਾਊਨ ਜੀ, ਤੇ ਬੜਾ ਸਭ ਕੁਝ ਉਹ ਸੈਟਲ ਹੋ ਗਿਆ ਸੀਗਾ। ਏਅਰ ਦਾ ਪੋਲਿਊਸ਼ਨ ਇੱਕ ਵਾਰ ਫੇਰ ਉੱਥੇ ਨੀਲਾ ਆਕਾਸ਼ ਨਜ਼ਰ ਆਉਣ ਲੱਗ ਗਿਆ ਸੀਗਾ। ਭੁਲੇਖਾ ਪੈਂਦਾ ਸੀ ਵੀ ਯੂਰਪ ਦੇ ਵਿੱਚ ਜਾਂ ਕਿਤੇ ਕੈਨੇਡਾ US 'ਚ ਆ ਗਏ ਆ ਵੀ ਆਮ ਤੌਰ ਤੇ ਨੀਲਾ ਆਕਾਸ਼ ਉੱਥੇ ਨਜ਼ਰ ਨਹੀਂ ਆਉਂਦਾ, ਗੁਬਾਰ ਇੱਕ ਚੜਿਆ ਰਹਿੰਦਾ ਧੂੜ ਦਾ ਸਾਰਾ ਦਿਨ, ਤੇ ਮਸੀਂ ਕਿਤੇ ਸੂਰਜ ਆ ਜਿਹੜਾ ਉਹ 10-11 ਵਜੇ ਜਾ ਕੇ ਕਲੀਅਰ ਹੋ ਪਾਉਂਦਾ ਜੀ। 2-2:30 ਵਜੇ ਉਸੇ ਗੁਬਾਰ ਦੇ ਵਿੱਚ ਉਹ ਫੇਰ ਲੁਕ ਕੇ ਜਿਹੜਾ ਜੀ ਵੀ ਘੱਟ ਚਮਕਦਾ ਦਿਖਾਈ ਦੇਣਾ ਸ਼ੁਰੂ ਹੋ ਜਾਂਦਾ। ਪਰ ਕੁੱਲ ਮਿਲਾ ਕੇ ਜ਼ਿੰਦਗੀ ਦੀਆਂ ਉੱਥੇ ਤੇ ਚਲੋ ਭੱਜ ਨੱਠ ਹੈਗੀਆਂ ਜੀ। ਇਹ ਹਵਾ ਨੂੰ ਵੀ ਪਾਣੀ ਨੂੰ ਵੀ ਆਪੇ ਪ੍ਰਦੂਸ਼ਿਤ ਕਰਕੇ ਲੋਕ ਨਾਲ ਹੀ ਕਹੀ ਜਾਂਦੇ ਜੀ ਵੀ ਇਹ ਪ੍ਰਦੂਸ਼ਿਤ ਹੋਈ ਜਾ ਰਿਹਾ। ਤੇ ਇਸੇ ਤਰ੍ਹਾਂ ਹੀ ਆ ਜੀ ਵੀ ਸਾਡੇ ਇੱਥੇ ਲੇਕਿਨ ਕਿ ਜੇ ਕੰਪੈਰੇਟਿਵਲੀ ਐਨਵਾਇਰਨਮੈਂਟ ਨੂੰ ਇਹਨਾਂ ਨੇ ਕਾਫੀ ਸੰਭਾਲਿਆ ਹੋਇਆ, ਜਿਹਦੇ ਕਰਕੇ ਕਿ ਇਹ ਫੈਕਟਰ ਵੀ ਹੁੰਦਾ ਵੀ ਕਿਹੜਾ ਮੁਲਕ ਹੈ ਨੰਬਰ 1 ਜੀ 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 ਰਹਿਣ ਦੇ ਵਾਸਤੇ, ਕਿਉਂਕਿ ਹੈਲਥ ਦੇ ਫੈਕਟਰ ਤੇ ਹਵਾ ਤੇ ਪਾਣੀ ਨੇ ਸਿੱਧਾ ਪ੍ਰਭਾਵ ਪਾਉਣਾ ਹਨਾ ਲੋਕਾਂ ਦੇ ਜੀਵਨ ਦੇ ਉੱਤੇ। ਤੇ ਹੁਣ ਆਪਾਂ ਦੇਖ ਰਹੇ ਹਾਂ ਕਿ ਸਾਡਾ ਜਿਹੜਾ ਇਹ ਸੈਂਸਸ ਦੇ ਕੱਲ ਨੰਬਰਸ ਵੀ ਆਏ ਆ ਵੀ ਸੀਨੀਅਰਸ ਦੀ ਗਿਣਤੀ ਵੱਧ ਰਹੀ ਹੈ ਜੀ ਜੀ ਜੀ, ਉਹ ਵੀ ਜਿਹੜੇ 85 ਸਾਲ ਤੋਂ ਵਰਸ਼ ਜ਼ਿਆਦਾ ਉਮਰ ਦੇ ਆ। ਫਿਰ ਉਹ ਕਹਿਣ ਲੱਗੇ ਜੀ ਵੀ ਇੰਨੀ ਉਮਰ ਕਿਉਂ ਹੋਈ ਜਾਂਦੀ ਕੈਨੇਡਾ ਦੇ ਵਿੱਚ ਲੋਕਾਂ ਦੀ। ਉਹ ਕਹਿੰਦੇ ਜੀ ਵੀ ਲੋਕ ਇੱਕ ਤਾਂ ਜਾਗਰੂਕ ਆ, ਅਵੇਅਰ ਆ, ਐਕਟਿਵ ਰਹਿੰਦੇ ਆ ਲੰਬਾ ਸਮਾਂ, ਤੇ ਉਹ ਹੈਲਦੀ ਮਤਲਬ ਆਪਣਾ ਖਾਣ ਪੀਣ ਦਾ ਵੀ ਖਿਆਲ ਰੱਖਦੇ ਆ ਹਨਾ, ਤੇ ਉਹਦੇ ਕਰਕੇ ਜਾਣੀ ਕਿ ਉਹ ਜ਼ਿਆਦਾ ਲੰਬੀ ਜ਼ਿੰਦਗੀ ਭੋਗਦੇ ਆ ਫਿਰ ਲੋਕ ਹਨਾ। ਤੇ ਇਹਦੇ ਵਿੱਚ ਫਿਰ ਇਹ ਜਿਹੜਾ ਸਾਫ਼ ਵਾਤਾਵਰਨ ਆ ਸਾਹ ਲੈਣ ਵਾਸਤੇ ਹਵਾ ਤੁਹਾਡੇ ਫੇਫੜਿਆਂ ਨੂੰ ਮਤਲਬ ਜਿੰਦਾ ਰੱਖਣ ਲਈ, ਤੇ ਜੇ ਹਵਾ ਹੀ ਆਪਾਂ ਆਪ ਹੀ ਮਾਰੀ ਹੋਈ ਆ ਅੱਗਾਂ ਲਾ ਕੇ ਉੱਥੇ ਨਾਲੇ ਰੌਲਾ ਪਾਈ ਜਾਂਦੇ ਸਰਕਾਰਾਂ ਦਾ ਕਸੂਰ ਆ, ਗਾਪ ਲਾਈ ਜਾਂਦੇ ਆ। ਹੁਣ ਸਾਹ ਉਹਦੇ ਚ ਕਿਹੜਾ ਸਰਕਾਰਾਂ ਨੇ ਲੈਣਾ, ਸਾਹ ਤੇ ਆਪ ਲੈਣਾ। ਜਿਹੜਾ ਅੱਗ ਲਾਉਂਦਾ ਤੀਲੀ ਤਮਾਸ਼ਾ ਦੇਖਦਾ ਵੱਟ ਤੇ ਖੜ ਕੇ ਉਹਨੇ ਵੀ ਸਾਹ ਉੱਥੇ ਹੀ ਲੈਣਾ। ਮਜਬੂਰੀ ਦੀਆਂ ਮੂੰਗਲੀਆਂ ਬਸ ਕੱਚਾ ਚਾਪਾਂ ਲਈਆਂ ਹੋਈਆਂ ਨੇ, ਮਜਬੂਰੀਆਂ ਜੀ ਮਜਬੂਰੀਆਂ ਦੇ ਵਿੱਚ ਸਭ ਕੁਝ ਤਬਾਹੀਆਂ ਕਰਕੇ ਕਸੂਰ ਕਿਸੇ ਹੋਰ ਦਾ। ਸੋ ਹੁਣ ਚਲੋ ਗੁਰੂ ਮਹਾਰਾਜ ਸ਼ੁਕਰ ਕਰੇ ਇਸ ਧਰਤੀ ਤੇ ਆ ਕੇ ਜੀਵਨ ਦਾ ਆਨੰਦ ਮਾਣਦੇ ਆ ਵੀ ਅਸੀਂ ਮਜਬੂਰੀਆਂ ਦੀਆਂ ਮੂੰਗਲੀਆਂ ਜਿਹੜੀਆਂ ਇੱਥੇ ਵੀ ਨਾਲ ਢੋਈਆਂ ਕੱਛਾਂ ਦੇ ਵਿੱਚ ਕੱਢ ਲੈਂਦੇ ਆ, ਹਰ ਪੁੱਠਾ ਕੰਮ ਕਰਕੇ ਮਜਬੂਰੀ ਆ। ਖਿਆਲ ਰੱਖੀਏ ਵੀ ਜਿਹੜੇ ਪ੍ਰੋਫੈਸ਼ਨ ਦੇ ਵਿੱਚ ਆਪਾਂ ਜਾਵਾਂਗੇ ਇਸ ਦੇਸ਼ ਦੇ ਵਿੱਚ ਨਾ ਨਜ਼ਰ ਆਵੇ 10-20 ਸਾਲਾਂ ਬਾਅਦ ਵੀ ਉਹਦਾ ਸਤਿਆਨਾਸ਼ ਹੀ ਹੋ ਗਿਆ। ਸੋ ਇਸ ਕਰਕੇ ਆਪਾਂ ਪ੍ਰੋਫੈਸ਼ਨ ਨੂੰ ਬਚਾਉਣਾ ਵੀ ਆ, ਜਿਹੜਾ ਵੀ ਹੋਵੇ ਘੱਟੋ ਘੱਟ ਜੇ ਉਹਨੂੰ ਹੋਰ ਵਧੀਆ ਉਹਦੀ ਸ਼ਾਨ ਨੂੰ ਵਧਾ ਨਹੀਂ ਸਕਦੇ, ਜਿੱਦਾਂ ਦਾ ਉਸ ਸੀਗਾ ਅਸੀਂ ਐਂਟਰ ਹੋਏ ਸੀ ਉੱਦਾਂ ਦਾ ਰਹਿਣ ਦਈਏ। ਪਰ ਇਹ ਹੁਣ ਗੱਲ ਕੰਧ ਤੇ ਲਿਖੀ ਸਾਫ਼ ਆ ਵੀ ਜਿਹੜੇ ਪ੍ਰੋਫੈਸ਼ਨ ਦੇ ਵਿੱਚ ਅਸੀਂ ਗਏ ਆ, ਕਿਸੇ ਨੇ ਸਵਾਲ ਦਾ ਅੱਜ ਤੱਕ ਜਵਾਬ ਦਿੱਤਾ ਨਹੀਂ ਵੀ ਕਿਹੜਾ ਬਚਿਆ। ਇਹ ਨੀਗਾ ਵੀ ਕਿਹੜੀ ਸ਼ਾਨ ਵੱਧ ਗਈ ਹੈ, ਬਚਿਆ ਹੀ ਕਿਹੜਾ ਉਹ ਪ੍ਰੋਫੈਸ਼ਨ ਆ, ਕੋਈ ਨਹੀਂ ਦੱਸ ਸਕਿਆ ਅੱਜ ਤੱਕ। 905 813 1320 905 813 1320। ਅਗਲਾ ਸਵਾਲ ਜਿਸ ਨੂੰ ਸਪਾਂਸਰ ਕਰ ਰਹੇ ਹਨ NRI ਮੈਰਿਜ ਬਿਊਰੋ, ਹਰ ਉਮਰ ਹਰ ਵਕਤ ਦੀ ਵਿਚੋਲਗਿਰੀ ਕਰਦੇ ਨੇ। 6478886000 ਅਤੇ ਤੀਆਂ ਦਾ ਮੇਲਾ ਜੋ ਕਿ 8 ਮਈ ਨੂੰ ਹੋਣ ਜਾ ਰਿਹਾ CAA ਸੈਂਟਰ ਬਰੈਂਪਟਨ ਦੇ ਵਿੱਚ। ਟਿਕਟਾਂ ਫਟਾਫਟ ਜਾ ਰਹੀਆਂ ਨੇ ਜੀ, ਤੁਸੀਂ ਲੇਡੀਜ਼ ਕਾਲ ਕਰ ਸਕਦੇ ਹੋ 9057990999। ਪੀਜ਼ਾ ਡਿਪੂ ਦੀ ਵੱਖ-ਵੱਖ ਲੋਕੇਸ਼ਨ, ਏਸ਼ੀਅਨ ਫੂਡ ਸੈਂਟਰ ਦੀ ਵੱਖ-ਵੱਖ ਲੋਕੇਸ਼ਨਸ ਤੋਂ ਇਲਾਵਾ ਕਟਾਰੇ ਟੂਰ ਐਂਡ ਟਰੈਵਲ, ਟ੍ਰਿਸ਼ ਜੂਸ ਅਤੇ ਇੰਡੀਅਨ ਸਵੀਟ ਮਾਸਟਰ ਤੇ ਟਿਕਟਾਂ ਰੱਖ ਦਿੱਤੀ ਗਈਆਂ ਨੇ। ਸੋ ਤੁਸੀਂ 8 ਮਈ ਨੂੰ ਇੰਜੋਏ ਕਰਨਾ ਮਦਰਸ ਡੇ ਵਾਲੇ ਦਿਨ 20 ਸਾਲ ਤੋਂ ਕਰਾ ਰਹੇ ਤੀਆਂ ਦਾ ਮੇਲਾ। ਜੌਲ ਸਾਹਿਬ ਅਗਲੀ ਖਬਰ ਜੋ ਵੱਧਦੇ ਹੈ ਜੀ, ਇੱਕ ਸਾਡੇ ਕਹਿ ਲਓ ਜੀ ontario ਦੇ ਫਾਈਨੈਂਸ ਮਿਨਿਸਟਰ ਨੇ ਅੱਜ 4 ਵਜੇ ਇੱਕ ਅਜਿਹਾ ਕਹਿ ਲਓ ਰੀ ਇਲੈਕਸ਼ਨ ਪਲੇਟਫਾਰਮ ਸਟਾਈਲ ਪ੍ਰੋਵਿੰਸ਼ੀਅਲ ਬਜਟ ਪ੍ਰਪੇਅਰ ਕਰਨਾ ਪ੍ਰੈਜ਼ੈਂਟ ਕਰਨਾ ਜੀ
ਬਟ ਜੇ ਪ੍ਰੈਜ਼ੈਂਟ ਕੀਤਾ ਵੀ ਤੇ ਇਸ ਨੂੰ ਪਾਸ ਹੋਣ ਲੱਗੇ ਵੀ ਥੋੜਾ ਜਿਹਾ ਟਾਈਮ ਲੱਗ ਜਾਣਾ ਜੀ। ਅਗਲੀ ਸਰਕਾਰ ਹੀ ਪਾਸ ਕਰੂਗੀ ਜਿਹੜੀ ਵੀ ਹੋਊਗੀ, ਕਿਉਂਕਿ ਸਾਡੇ ਫਾਈਨੈਂਸ ਮਿਨਿਸਟਰ ਹੈਗੇ ਜੀ ਪੀਟਰ ਬੈਥਲਨ ਫਾਲਵੀ, ਉਹ ਹੁਣ ਤਿਆਰੀ ਦੇ ਵਿੱਚ ਤੇ ਹੈਗੇ ਆ। ਬਜਟ ਜਿਹੜਾ ਅੱਜ 4 ਵਜੇ ਉਹਨਾਂ ਨੇ ਪ੍ਰੈਜ਼ੈਂਟ ਕਰਨਾ, ਤੇ ਵੈਸੇ ਐਕਸੈਸ ਸਾਨੂੰ ਆਲਰੇਡੀ ਉਹਦੀ ਮਿਲ ਚੁੱਕੀ ਆ, ਪਰ ਬਹੁਤ ਹੀ ਲੰਬੀ ਚੌੜੀ ਡਿਸਕਸ਼ਨ ਕਰਨ ਦੀ ਇਸ ਕਰਕੇ ਲੋੜ ਨਹੀਂ। ਵੀ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਉਹਦੀ ਇੰਪੋਰਟੈਂਸ ਇਸ ਕਰਕੇ ਘੱਟ ਜਾਂਦੀ ਆ ਵੀ ਬਜਟ ਉਹ ਇਲੈਕਸ਼ਨ ਤੋਂ ਬਾਅਦ ਵੀ ਜਾਣੀ ਇਹ ਗਵਰਨਮੈਂਟ ਆਊਗੀ ਤੇ ਫੇਰ ਲੱਗਦਾ ਜਿੱਦਾਂ ਵੀ ਹੁਣ ਇਹ ਇਲੈਕਸ਼ਨ ਦੇ ਪਲੇਟਫਾਰਮ ਦੇ ਸਟਾਈਲ ਦੇ ਵਿੱਚ ਹੀ ਇਹਨੂੰ ਪੇਸ਼ ਕੀਤਾ ਗਿਆ ਵੀ ਇਸ ਤਰ੍ਹਾਂ ਦੀਆਂ ਲੁਭਾਉਣੀਆਂ ਗੱਲਾਂ ਇਹਦੇ ਵਿੱਚ ਹੋਣਗੀਆਂ ਜਿਹਦੇ ਤੋਂ ਲੋਕਾਂ ਨੂੰ ਲੱਗੇ ਵੀ ਇਹ ਬਜਟ ਜਿਹੜਾ ਬਹੁਤ ਕਮਾਲ ਦਾ ਹੋਣਾ ਆ ਤੇ ਇਹਨੂੰ ਵੀ ਸਰਕਾਰ ਇਹੀ ਦੁਬਾਰਾ ਆ ਜਾਵੇ ਤੇ ਜਾਣੀ ਕਿ ਫਿਰ ਇਹ ਜਿਹੜਾ ਪਾਸ ਹੋ ਕੇ ਇੰਪਲੀਮੈਂਟ ਹੋ ਸਕੂਗਾ। ਸੋ ਇਹ ਵਿਧਾਨ ਸਭਾ ਦੇ ਵਿੱਚ ਅੱਜ ਜਦੋਂ ਪੇਸ਼ ਹੋਣਾ ਬਜਟ, ਉਸ ਤੋਂ ਬਾਅਦ ਫਿਰ ਆਪੋਜੀਸ਼ਨ ਨੂੰ ਜਾਣੀ ਕਿ ਮੌਕਾ ਨਹੀਂ ਮਿਲਣਾ ਇਹਦੇ ਵਿੱਚ ਕੋਈ ਅਮੈਂਡਮੈਂਟ ਜਾਂ ਸਬ ਅਮੈਂਡਮੈਂਟ ਕੋਈ ਕਰਾਉਣ ਦਾ, ਮਤਲਬ ਜਿਹੜਾ ਪ੍ਰੋਸੈਸ ਹੁੰਦਾ ਬਜਟ ਨੂੰ ਪਾਸ ਕਰਨ ਦਾ, ਕਿਉਂਕਿ ਵੀ ਇਹ ਬਕਾਇਦਾ ਤੌਰ ਤੇ ਇਲੈਕਸ਼ਨ ਕੈਂਪੇਨ ਤੁਹਾਨੂੰ ਪਤਾ ਵੀ ਸ਼ੁਰੂ ਹੋ ਰਹੀ ਹੈ ਤੇ ਜਿਹਦੇ ਕਰਕੇ ਲੱਗਦਾ ਵੀ ਵੈਲ ਪਲੈਨਡ ਇਸ ਤਰੀਕੇ ਦੇ ਨਾਲ ਹੀ ਰੱਖਿਆ ਗਿਆ ਜੀ ਵੀ ਬਜਟ ਨੂੰ ਤਿਆਰ ਏਦਾਂ ਕਰ ਲਈਏ, ਲੋਕਾਂ ਦੇ ਵਿੱਚ ਇਹਨੂੰ ਪ੍ਰਚਾਰਿਆ ਜਾਵੇ, ਪ੍ਰਚਾਰਨ ਤੋਂ ਬਾਅਦ ਫਿਰ ਜਿਹੜਾ ਵੀ ਇਲੈਕਸ਼ਨ ਦੇ ਵਿੱਚ ਕੁੱਦਿਆ ਜਾਵੇ ਤੇ ਫਿਰ ਲੋਕ ਜਿਹੜੇ ਉਸ ਤਰੀਕੇ ਨਾਲ ਡਿਸਾਈਡ ਕਰ ਪਾਉਣ ਵੀ ਕੀ ਜੇ ਇਹਦੇ ਵਿੱਚ ਪ੍ਰੋਜੈਕਟ ਕੀਤੀਆਂ ਗਈਆਂ ਜਿਹੜੀਆਂ ਇਨਵੈਸਟਮੈਂਟਸ ਹੈਗੀਆਂ, ਭਾਵੇਂ ਉਹ ਇਨਫਰਾਸਟਰਕਚਰ ਦੇ ਵਿੱਚ ਹੋਣ, ਭਾਵੇਂ ਉਹ ਹਾਈਵੇਜ਼ ਤੇ ਰੋਡਸ ਦੇ ਵਿੱਚ ਹੋਣ, ਹੈਲਥ ਕੇਅਰ ਦੇ ਵਿੱਚ ਹੋਣ, ਐਜੂਕੇਸ਼ਨ ਦੇ ਵਿੱਚ ਹੋਣ, ਜਾਂ ਫਿਰ ਆਹ ਇਨਕਮ ਟੈਕਸ ਦੇ ਵਿੱਚ ਜਿਹੜਾ ਰਿਲੀਫ ਦੇਣ ਦੀ ਗੱਲ ਕੀਤੀ ਆ, ਜਿਹੜੇ ਲੋਕ $50,000 ਤੋਂ ਘੱਟ ਜਾਣੀ ਕਿ ਸਾਲ ਦਾ ਬਣਾਉਣਗੇ ਉਹਨਾਂ ਨੂੰ ਥੋੜਾ ਜਿਹਾ ਜਿਹੜਾ ਜੀ ਪੇ ਇਨਕਮ ਟੈਕਸ ਦੀ ਸਾਲ ਦੀ 300 ਜਾਂ ਪਰਿਵਾਰਾਂ ਨੂੰ $850 ਦੀ ਜਿਹੜੀ ਇਹ ਸੰਭਾਵਨਾ ਹੋ ਸਕਦੀ ਹੈ ਬਜਟ ਦੇ ਵਿੱਚ ਪ੍ਰੋਵੀਜ਼ਨ ਵੀ ਟੈਕਸ ਬ੍ਰੇਕ ਆ ਜਿਹੜਾ ਉਹਨਾਂ ਲਈ ਥੋੜਾ ਘਟਾ ਦਿੱਤਾ ਜਾਊਗਾ, ਕਹਿ ਲਓ ਵੀ ਬਰਡਨ ਲੋ ਇਨਕਮ ਲੋਕਾਂ ਦੇ ਉੱਤੇ। ਸੋ ਇਸ ਤਰ੍ਹਾਂ ਦੀਆਂ ਕੁਝ ਗੱਲਾਂ ਜਿਹੜੀਆਂ ਜੀ ਵੀ ਇਸ ਬਜਟ ਦੇ ਵਿੱਚ ਹੋਣ ਦੀ ਸੰਭਾਵਨਾ ਹੈਗੀਆਂ। ਹਾਂ, ਜਿਹੜਾ ਕਿ 4 ਵਜੇ ਜਿਹੜਾ ਜੀ ਪੇਸ਼ ਹੋ ਜਾਣਾ, ਪਰ ਉਹ ਬਜਟ ਇਸ ਕਰਕੇ ਨਹੀਂ ਉਹਨਾਂ ਚਿਰ ਹੋਊਗਾ ਜਿੰਨਾ ਚਿਰ ਕਿ ਅਗਲੀ ਇਲੈਕਸ਼ਨ 2 ਜੂਨ ਨੂੰ ਹੋ ਨਹੀਂ ਜਾਂਦੀ। ਜੌ ਸਾਹਿਬ, ਜਿੱਥੇ ਕੈਂਪੇਨ ਜੋ ਇਲੈਕਸ਼ਨਸ ਸ਼ੁਰੂ ਹੋ ਜਾ ਰਹੇ ਨੇ ਓਨਟਾਰੀਓ ਦੇ ਵਿੱਚ, ਜੋ ਕਿ ਮਈ 4 ਨੂੰ ਪੋਟੈਂਸ਼ੀਅਲ ਜਿਹੜੇ ਕੈਂਡੀਡੇਟਸ ਨੇ ਜਿਹਦੇ ਵੱਖ-ਵੱਖ MPP ਦੇ ਪੋਜੀਸ਼ਨ ਦੇ ਉੱਤੇ ਉਹਨਾਂ ਨੇ ਆਪਣੇ ਕਹਿ ਲਓ ਕਿ ਕੈਂਪੇਨ ਸਟਾਰਟ ਵੀ ਕਰ ਦਿੱਤੇ ਨੇ। ਇਸ ਸੈਟਰਡੇ ਨੂੰ ਕੁਛ ਇੱਕ ਹਸਤੀਆਂ, ਨਾਮਵਾਰ ਹਸਤੀਆਂ ਇਸ ਵਾਰ ਮੈਦਾਨ ਚੋਣ ਦੇ ਵਿੱਚ ਆਈਆਂ ਨੇ ਜੀ। ਸੋ ਕਾਫੀ ਬਿਜ਼ੀ ਹੋਵੇਗਾ ਜੀ ਇਹ ਇਲੈਕਸ਼ਨ ਦਾ ਟਾਈਮ, ਪਰੰਤੂ ਇਸ ਦੇ ਵਿੱਚ ਇੱਕ ਖਾਸੀਅਤ ਇਹ ਹੈ ਕਿ ਜਿਹੜੇ ਵੋਟਰਸ ਨੇ ਉਹਨਾਂ ਕੋਲ 10 ਦਿਨ ਹੋਣਗੇ ਜੀ ਵੋਟ ਕਰਨ ਲਈ। ਹਾਂ ਬਿਲਕੁਲ ਅਰਸ਼, ਦੇਖੋ ਵੀ ਇਹ ਇਲੈਕਸ਼ਨ ਦੀ ਕੈਂਪੇਨ ਆ ਜਿਹੜੀ ਅਫੀਸ਼ੀਅਲ ਤਾਂ ਡਰੋਪ ਜਿਹੜੀ ਰਿਟ ਹੋਣੀ ਆ ਨੈਕਸਟ ਵੀਕ ਜਾਣੀ 4 ਮਈ ਨੂੰ 28 ਦਿਨ ਦਾ ਜਿਹੜਾ ਅਫੀਸ਼ੀਅਲ ਇਹ ਕੈਂਪੇਨ ਪੀਰੀਅਡ ਆ ਉਹ ਆਰੰਭ ਹੋ ਜਾਣਾ ਜੀ। ਉਹ ਫਿਰ 2 ਜੂਨ ਤੱਕ, ਕਹਿ ਲਓ ਵੀ 2 ਜੂਨ ਨੂੰ ਇਲੈਕਸ਼ਨ ਡੇ ਆ। ਸੋ 28 ਦਿਨਾਂ ਦਾ ਜਿਹੜਾ ਜੀ ਕੈਂਪੇਨ ਪੀਰੀਅਡ ਮਿਨੀਮਮ ਸੈੱਟ ਕੀਤਾ ਗਿਆ ਇਲੈਕਸ਼ਨ ਐਕਟ ਦੇ ਵਿੱਚ, ਉਹਦੇ ਮੁਤਾਬਕ ਇਹ ਨੈਕਸਟ ਵੀਕ ਤੋਂ ਸ਼ੁਰੂਆਤ ਹੋਏਗੀ ਜੀ। ਪਰ ਆਪਾਂ ਅੱਗੇ ਵੀ ਪ੍ਰੋਗਰਾਮਾਂ 'ਚ ਗੱਲ ਕੀਤੀ ਹੋਈ ਆ ਵੀ ਜਿਹੜੇ ਕੈਂਡੀਡੇਟਸ ਆ, ਪੋਟੈਂਸ਼ੀਅਲ ਕੈਂਡੀਡੇਟਸ ਯਾਨੀ ਕਿ ਜਾਂ ਪਾਰਟੀਆਂ ਨੇ ਆਪਣੀ ਜਿਹੜੀ ਆਲਰੇਡੀ ਇਹ ਕੈਂਪੇਨ ਸਟਾਈਲ ਦੇ ਵਿੱਚ ਹੀ ਕਾਫੀ ਲੰਬੇ ਸਮੇਂ ਤੋਂ ਹੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਵਿਚਰਿਆ ਜਾ ਰਿਹਾ, ਜਾਂ ਐਟਲੀਸਟ ਜਿਉਂ ਇਹ ਸਾਲ ਚੜਿਆ ਹੀ ਸੀਗਾ। ਤੇ ਹੁਣ ਫਿਰ ਇਹ ਹੈ ਜੀ ਵੀ ਕਾਫੀ ਸਾਰੇ ਜਿਹੜੇ ਕੈਂਡੀਡੇਟਸ ਆ ਆਪਣੇ ਰਾਈਡਿੰਗਸ ਦੇ ਵਿੱਚ ਆਫਿਸਿਸ ਵੀ ਜਿਹੜੇ ਆ ਉਹ ਖੋਲ੍ਹਦੇ ਜਾ ਰਹੇ ਆ ਤੇ ਕਾਫੀ ਗਹਿਮੀ ਵੀ ਉਹਨਾਂ ਦੇ ਦਫ਼ਤਰਾਂ ਦੇ ਵਿੱਚ ਵੱਧਦੀ ਜਾ ਰਹੀ ਆ। ਪਰ ਕਈ ਵਾਰੀ ਹੈਰਾਨੀ ਵੀ ਹੁੰਦੀ ਆ ਵੀ ਬਹੁਤ ਸਾਰੇ ਜਿਹੜੇ ਲੋਕ ਆ ਨਾ ਵੀ ਉਹ ਜਾਣੀ ਤੁਹਾਨੂੰ ਕੰਜ਼ਰਵੇਟਿਵ ਪਾਰਟੀ ਦੇ ਕੈਂਡੀਡੇਟ ਦੇ ਦਫ਼ਤਰਾਂ ਵਿੱਚ ਵੀ ਜਾਣੀ ਕਿ ਟਾਈਮ ਗੁਜ਼ਾਰਦੇ ਨਜ਼ਰ ਆ ਜਾਣਗੇ। ਉਹੀ ਲੋਕ ਲਿਬਰਲ ਉਮੀਦਵਾਰ ਦੇ ਵੀ ਆਮ ਤੌਰ ਤੇ ਚੱਕਰ ਮਾਰ ਆਉਣਗੇ। ਉਹੀ ਲੋਕ NDP ਉਮੀਦਵਾਰ ਦੇ ਦਫ਼ਤਰਾਂ ਦੇ ਦੁਆਲੇ ਵੀ ਜਾਣੀ ਕਿ ਚੱਕਰ ਕਈ ਵਾਰੀ ਕੱਟ ਆਉਣਗੇ, ਖਾਸ ਤੌਰ ਤੇ ਜਦੋਂ ਬਾਰਬੀਕਿਊ ਹੋਵੇ ਜਾਂ ਕੋਈ ਪਾਰਟੀ ਵਾਲਾ ਮਾਹੌਲ ਹੋਵੇ। ਸੋ ਸੇਮ ਕਾਈਂਡ ਆਫ ਪੀਪਲ ਜਾਣੀ ਕਿ ਤੁਹਾਨੂੰ ਆਮ ਤੌਰ ਤੇ ਜਿਹੜਾ ਜੀ ਇਹ ਸਾਰੀ ਤਰ੍ਹਾਂ ਦੇ ਕੈਂਡੀਡੇਟ ਦੇ ਦਫ਼ਤਰਾਂ ਦੇ ਵਿੱਚ ਆਮ ਤੌਰ ਤੇ ਮਿਲ ਜਾਂਦੇ ਆ, ਜਦੋਂ ਕਿ ਉਹਨਾਂ ਦੇ ਵੱਲੋਂ ਕੋਈ ਖਾਸ ਪ੍ਰੋਗਰਾਮ ਆਮ ਤੌਰ ਤੇ ਆਯੋਜਿਤ ਕੀਤੇ ਜਾਂਦੇ ਹੁੰਦੇ ਆ ਜੀ। ਸੋ ਕੁੱਲ ਮਿਲਾ ਕੇ ਲੇਕਿਨ ਕਿ ਇਹ ਆ ਜੀ ਕਾਫੀ ਜਿਹੜੀ ਇਹ ਗਹਿਮਾ-ਗਹਿਮੀ ਆਉਣ ਵਾਲੇ ਦਿਨਾਂ ਦੇ ਵਿੱਚ ਦਫ਼ਤਰਾਂ ਦੇ ਵਿੱਚ ਵੀ ਵਧਣੀ ਹੈ, ਕਿਉਂਕਿ ਇਹ 28 ਦਿਨ ਦਾ ਮਹੀਨਾ ਹੈ ਜਦੋਂ ਕੋਈ ਵੋਟਰਾਂ ਦੀ ਰੈਜ਼ੀਡੈਂਟ ਦੀ ਕੋਈ ਪੁੱਛ ਦੱਸ ਹੋਣੀ ਹੈ, ਜਦੋਂ ਉਹ ਵੀ ਕੁਝ ਕਹਿ ਸਕਣਗੇ ਵੀ ਹਾਂਜੀ ਆਹ ਗੱਲ ਏਦਾਂ ਕਿੱਦਾਂ ਹੈ। ਤੇ ਪਰ ਦੂਸਰੇ ਪਾਸੇ ਇਹ ਹੈ ਵੀ ਜਦੋਂ ਕੋਈ ਪਤਾ ਹੋਵੇ ਕਿਤੇ ਰੈਜ਼ੀਡੈਂਟ ਨੇ ਕਿਸੇ ਨੇ ਕੋਈ ਸਵਾਲ ਕਰ ਲੈਣਾ, ਉਧਰੋਂ ਥੋੜਾ ਜਿਹਾ ਕੰਨੀ ਕਤਰਾਉਂਦੇ ਹੁੰਦੇ ਕੈਂਡੀਡੇਟ ਵੀ ਇੱਥੇ ਟਾਈਮ ਬਹੁਤਾ ਕੀ ਵੇਸਟ ਕਰਨਾ, ਅੱਗੇ ਨਿਕਲ ਚੱਲੋ ਜੀ।
ਸੋ ਇਸ ਕਰਕੇ ਆ ਜੀ ਵੀ ਕੈਂਡੀਡੇਟ ਨੂੰ ਹੁੰਦਾ ਮੈਂ ਡੋਰ ਟੂ ਡੋਰ ਜਾ ਕੇ ਵੱਧ ਤੋਂ ਵੱਧ ਜਿਹੜੇ ਆ ਉਹ ਆਪਣੇ ਫਲਾਇਰਜ਼ ਸੁੱਟ ਲਵਾਂ, ਪਰ ਲੋਕਾਂ ਨੂੰ ਹੁੰਦਾ ਵੀ ਹੁਣ ਮੌਕਾ ਮਿਲਿਆ ਤੇ ਕੋਈ ਇਹਨਾਂ ਨਾਲ ਗੱਲ ਵੀ ਕਰ ਲਈਏ। ਸਮੇਂ ਨਾਲ ਕਈ ਕੈਂਡੀਡੇਟ ਖੜ ਕੇ ਜੇ ਤਸੱਲੀ ਕਰਾ ਦੇਣ ਤੇ ਆਪਣਾ ਵੋਟਾਂ ਜੋੜ ਕੇ ਵੀ ਘਰਾਂ ਨੂੰ ਮੁੜਦੇ ਨੇ, ਪਰ ਆਮ ਤੌਰ ਤੇ ਜੇ ਉਹ ਚੁਸਤੀ ਚਲਾਕੀ ਕਰਨ ਵੀ ਕੰਨ ਵਲੇਟ ਕੇ ਅੱਗੇ ਤੁਰਨ ਦੀ ਗੱਲ ਕਰਨ ਤੇ ਫਿਰ ਵੋਟਰ ਕਹਿ ਲਓ ਵੀ ਬੜੇ ਸਿਆਣੇ ਨੇ, ਪਬਲਿਕ ਆ ਸਭ ਜਾਣਦੀ ਹੈ, ਪਰ ਜਾਣਦੀ ਹੈ ਕਿੰਨਾ ਕੁ ਉਹ ਤੇ ਆਪਾਂ ਨੂੰ ਪਤਾ ਹੀ ਹੈ ਵੀ ਆਮ ਤੌਰ ਤੇ ਜੇ ਵੀ ਇੱਕ ਵਾਰ ਆਪਾਂ ਕਹਿੰਦੇ ਵੀ ਨਹੀਂ ਲੋਕ ਚੱਜ ਨਾਲ ਕੰਮ ਕਰਦੇ, ਜੇ ਉਹੀ ਬਾਰ-ਬਾਰ ਚੁਣੇ ਵੀ ਜਾ ਰਹੇ ਆ ਤੇ ਫਿਰ ਮੈਨੂੰ ਨਹੀਂ ਪਤਾ ਲੱਗਦਾ ਪਬਲਿਕ ਕੀ ਜਾਣਦੀ ਹੈ ਵੀ ਅਸਲ ਦੇ ਵਿੱਚ ਉਹ ਕੁਛ ਜਾਣਦੀ ਵੀ ਹੈ ਕਿ ਉਦਾਂ ਹੀ ਗੱਲ ਹੀ ਬਣਾਈ ਹੋਈ ਹੈ, ਲੋਕਾਂ 'ਚ ਪ੍ਰਚਾਰੀ ਹੋਈ ਹੈ ਵੀ ਪਬਲਿਕ ਸਭ ਜਾਣਦੀ ਹੈ ਹਨਾ ਜੀ। ਤੇ ਕੋਈ ਬੇਈਮਾਨ ਲੋਕ ਨਾਲੇ ਤੁਸੀਂ ਉਹਨਾਂ ਨੂੰ ਕਹੀ ਜਾਓ ਤੇ ਨਾਲੇ ਉਹਨਾਂ ਨੂੰ 70 ਸਾਲ ਚੁਣੀ ਜਾਓ ਵਾਰ-ਵਾਰ। ਸੋ ਕੁੱਲ ਮਿਲਾ ਕੇ ਇਹ ਹੈ ਜੀ ਵੀ ਹੁਣ 10 ਦਿਨਾਂ ਦਾ ਜਿਹੜਾ ਤੁਸੀਂ ਜ਼ਿਕਰ ਅਰਸ਼ ਕੀਤਾ ਨਾ ਵੀ ਇਹ ਆਪਾਂ ਅੱਗੇ ਵੀ ਦੱਸੀ ਸੀ ਗੱਲ ਵੀ ਇਸ ਵਾਰ ਇਲੈਕਸ਼ਨ ਡੇ ਦੇ ਵਿੱਚ ਆਮ ਤੌਰ ਤੇ ਜਿਹੜਾ ਵੀ ਉਹ ਪਹਿਲਾਂ ਐਡਵਾਂਸ ਪੋਲਿੰਗ ਲਈ ਸਮਾਂ ਮਿਲਦਾ ਉਹ 5 ਦਿਨ ਹੁੰਦੇ ਸੀਗੇ, ਪਰ ਹੁਣ ਕੋਵਿਡ ਕਰਕੇ ਜਾਣੀ ਵੀ ਜਾਂ ਜੋ ਵੀ ਇਹ ਸਿਚੁਏਸ਼ਨ ਹੈਗੀ ਆ ਹੈਲਥ ਰੀਜ਼ਨ ਕਰਕੇ ਵੀ ਇਹ 10 ਦਿਨ ਦੇ ਵਿੱਚ ਵੰਡੀ ਜਾਊਗੀ ਐਡਵਾਂਸ ਪੋਲ। ਉਹਦੇ ਨਾਲ ਹੀ ਜਿਹੜੀ ਹੈ ਨੈਕਸਟ ਵੀਕ ਜਾਣੀ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਣੀ ਆ ਵੀ ਜਿਹਨਾਂ ਲੋਕਾਂ ਨੇ ਡਾਕਟਰੀ ਵੋਟ ਪਾਉਣੀ ਆ, ਬੈਲਟ ਪੇਪਰ ਮੰਗਾਉਣਾ ਜੀ, ਉਹ ਰਜਿਸਟ੍ਰੇਸ਼ਨ ਜਿਹੜੀ ਆ 27 ਮਈ ਤੱਕ ਖੁੱਲੀ ਰਹਿਣੀ ਆ। ਸੋ ਐਂਪਲ ਖੁੱਲਾ ਟਾਈਮ ਹੋਏਗਾ ਵੋਟਰਸ ਦੇ ਕੋਲ, ਕੋਈ ਬਹਾਨਾ ਨਹੀਂ ਵੀ ਮੈਂ ਕੰਮ ਤੇ ਸੀ ਮੈਂ ਵੋਟ ਨਹੀਂ ਪਾ ਸਕੇ। ਮਤਲਬ 10 ਦਿਨ ਐਡਵਾਂਸ ਪੋਲ ਦੇ, ਕੋਈ ਦਿਨ ਤੇ 15 ਮਿੰਟ ਬੰਦਾ ਕੱਢ ਹੀ ਸਕੂ ਨਾ, ਇਸ ਫਿਰ ਪੂਰਾ ਮਹੀਨਾ ਜਿਹੜਾ ਜੀ ਡਾਕ ਰਾਹੀਂ ਵੋਟ ਪਾਉਣ ਦੇ ਲਈ ਬੈਲਟ ਮੰਗਵਾਇਆ ਜਾ ਸਕਦਾ। ਸੋ ਇਸ ਤਰ੍ਹਾਂ ਕਾਫੀ ਸਾਰੀਆਂ ਓਪਰਚੁਨਿਟੀਜ਼ ਹੋਣਗੀਆਂ ਵੋਟਰਸ ਦੇ ਕੋਲ ਆਪਣੇ ਆਪ ਨੂੰ ਐਕਸਪ੍ਰੈਸ ਕਰਨ ਦੇ ਲਈ ਜੀ। ਤੇ ਹੁਣ ਫਿਰ ਜਿਹੜੇ ਲੋਕ ਜਾਣੀ ਕਿ ਫਰਜ਼ ਕੀਤਾ ਪਿਛਲੀ ਇਲੈਕਸ਼ਨ ਦੇ ਵਿੱਚ 56% ਲੋਕਾਂ ਨੇ ਵੋਟਾਂ ਅਰਸ਼ ਪਾਈਆਂ ਸੀਗੀਆਂ, ਜੇ ਨਹੀਂ ਫਿਰ ਹੁਣ ਅੱਧੇ ਪਚੱਧੇ ਵੋਟ ਪਾਉਣਗੇ। ਇਹਦੇ ਬਾਵਜੂਦ ਵੀ ਤੇ ਇਹਦਾ ਮਤਲਬ ਇਹ ਆ ਵੀ ਫਿਰ ਉਹਨਾਂ ਨੇ ਵੋਟ ਨਾ ਪਾਉਣਾ, ਆਪਣੀ ਮਰਜ਼ੀ ਦੇ ਮੁਤਾਬਕ ਇਹ ਚੂਜ਼ ਕੀਤਾ, ਨਾ ਕਿ ਵੀ ਉਹਨਾਂ ਨੂੰ ਸਿਸਟਮ ਨੇ ਮੌਕਾ ਨਹੀਂ ਦਿੱਤਾ ਜੀ। ਸੋ ਇਸ ਕਰਕੇ ਹੋਪਫੁਲੀ ਜਿਹੜੇ ਨਵੇਂ ਸਿਟੀਜ਼ਨ ਬਣਦੇ ਉਹਨਾਂ 'ਚ ਅਰਸ਼ ਵੀ ਐਨਕਰੇਜਮੈਂਟ ਹੁੰਦੀ, ਉਹ ਤੇ ਵੋਟ ਪਾਉਣ ਤੇ ਹਰ ਹਾਲਤ 'ਚ ਜਾਂਦੇ ਆ ਨਾ ਕਈ ਲੋਕ, ਤੇ ਪਰ ਜਦੋਂ 2-4 ਇਲੈਕਸ਼ਨ ਲੰਘ ਜਾਣ ਜੀ ਪ੍ਰੋਸੈਸ ਸਮਝਿਆ ਜਾਂਦਾ। ਜਿਹੜੇ ਨਵੇਂ ਲੋਕ ਆਉਂਦੇ ਆ ਉਹਨਾਂ ਨੂੰ ਲਿਬਰਲ ਪਾਰਟੀ ਬਹੁਤ ਚੰਗੀ ਲੱਗਦੀ ਆ, ਹੌਲੀ ਜਦੋਂ ਉਹ ਸੈੱਟ ਹੋ ਜਾਂਦੇ ਆ, ਬੱਚੇ ਗਰੋ ਹੋਣ ਲੱਗਦੇ, ਉਹੀ ਲੋਕ ਗਾਂ ਕੰਜ਼ਰਵੇਟਿਵ ਬਣਦੇ ਜਾਂਦੇ ਆ ਹਨਾ। ਸੋ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਅਪਰਚੁਨਿਟੀਜ਼ ਚਾਹੀਦੀਆਂ ਵੀ ਸਾਰੇ ਦਰਵਾਜ਼ੇ ਖੁੱਲ੍ਹੇ ਚਾਹੀਦੇ ਆ, ਉਹਨਾਂ ਦੇ ਵਿੱਚੋਂ ਹੀ ਗਾਂ ਲੋਕ ਇੱਥੇ ਰਹਿੰਦੇ ਆ। ਫਿਰ ਜਦੋਂ 10-20 ਸਾਲ ਹੋ ਜਾਣ ਇਹੋ ਜਿਹੀ ਉਹਨਾਂ ਦੀ ਮਾਨਸਿਕਤਾ ਦਿਮਾਗ ਡਿਵੈਲਪ ਹੋ ਜਾਂਦਾ ਜੀ ਕਿ ਉਹ ਨਵੇਂ ਆ ਰਹੇ ਲੋਕਾਂ ਦੇ ਲਈ ਅਪਰਚੁਨਿਟੀਜ਼ ਤੇ ਮੌਕੇ ਘਟਾਉਣਾ ਚਾਹੁੰਦੇ ਆ, ਤੇ ਉਹਨਾਂ ਨੂੰ ਉੱਦਾਂ ਹੀ ਆਪਣੇ ਬੱਚਿਆਂ ਦਾ ਫਿਕਰ ਸ਼ੁਰੂ ਹੋ ਜਾਂਦਾ ਜਿੱਦਾਂ ਕਿ ਸਾਡੇ ਤੋਂ ਇੱਥੋਂ ਪਹਿਲਾਂ ਰਹਿ ਰਹੇ ਲੋਕਾਂ ਨੂੰ ਵੀ ਕਈ ਵਾਰੀ ਹੁੰਦਾ ਸੀਗਾ ਜੀ। ਸੋ ਇੱਕ ਜਿਹੜਾ ਜੀ ਬੜਾ ਸਮੇਂ ਦੇ ਚੱਲਦਿਆਂ ਬ੍ਰੇਨਜ਼ ਦੇ ਵਿੱਚ ਵੀ ਦਿਮਾਗ ਦੀ ਡਿਵੈਲਪਮੈਂਟ ਸਮਝੀ ਜਾਂਦੀ ਆ ਵੀ ਲਿਬਰਲ ਤੋਂ ਕੰਜ਼ਰਵੇਟਿਵ ਜਿਹੜੇ ਆ ਲੋਕ ਹੌਲੀ ਜਿਹੜੇ ਆ ਉਹ ਜੋ ਬਜ਼ੁਰਗ ਵੱਡੇ ਹੋਈ ਜਾਂਦੇ ਆ ਤੇ ਟਰਨ ਇਸ ਤਰ੍ਹਾਂ ਜਿਹੜੀ ਆ ਸੋਚ ਆ ਹੁੰਦੀ ਜਾਂਦੀ ਆ। ਮਈ ਪਹਿਲੀ ਨੂੰ ਜੀ ontario ਗੁਰਦੁਆਰਾਸ ਕਮੇਟੀ OGC ਜੋ ਕਿ ਖਾਲਸਾ ਡੇ ਪਰੇਡ ਮਾਲਟਨ ਗੁਰੂ ਘਰ ਤੋਂ ਲੈ ਕੇ ਰੈਕਸਡੇਲ ਗੁਰੂ ਘਰ ਤੱਕ ਜਿੱਥੇ ਪੂਰੀ ਦੀ ਪੂਰੀ ਸੰਗਤਾਂ ਪਹੁੰਚ ਰਹੀਆਂ ਨੇ ਜੀ। ਬਿਲਕੁਲ ਅਰਸ਼, ਦੇਖੋ ਵੀ ਇਹ ਅਪ੍ਰੈਲ 30 ਨੂੰ ਤੇ ਫਿਰ ਸਾਡਾ ਜਿਹੜਾ ਸਿੱਖ ਹੈਰੀਟੇਜ ਮੰਥ ਹੈ ਉਹ ਖਤਮ ਹੋ ਜਾਏਗਾ। ਇਸ ਦੇ ਲਈ ਜਿਹੜੇ ਸਮਾਪਤੀ ਸਮਾਗਮ ਵੀ ਵੈਸੇ ਬਰੈਂਪਟਨ ਦੇ ਵਿੱਚ ਹੀ ਉਹ ਲਿਖਿਆ ਗਿਆ ਰੋਜ਼ ਥੀਏਟਰ ਦੇ ਵਿੱਚ, ਵੈਸੇ ਕੋਵਿਡ ਦੀ ਸਿਚੁਏਸ਼ਨ ਤੋਂ ਬਾਅਦ ਪਹਿਲੀ ਵਾਰੀ ਹੋਏਗਾ, ਹੁਣ ਇੱਕ ਵਾਰ ਫਿਰ ਦੁਬਾਰਾ ਇਨ ਪਰਸਨ ਇਹ ਫੰਕਸ਼ਨ ਕੀਤਾ ਜਾ ਰਿਹਾ। ਇਹਦੇ ਨਾਲ ਹੀ ਫਿਰ ਜਿਹੜਾ ਡਰੱਗ ਅਵੇਅਰਨੈਸ ਸੁਸਾਇਟੀ ਹੈ, ਤੁਹਾਨੂੰ ਪਤਾ ਵੀ ਉਹ ਅਪੀਲ ਕਰਦੇ ਰਹਿੰਦੇ ਆ ਵੀ ਤੁਸੀਂ ਐਟਲੀਸਟ ਅਪ੍ਰੈਲ ਦੇ ਦੌਰਾਨ ਆਪਣੇ ਆਪ ਨੂੰ ਬਖਸ਼ ਲਓ। ਇਹ ਨੀਗਾ ਵੀ ਤੁਸੀਂ ਪੰਥ ਨੂੰ ਬਖਸ਼ ਲਓ, ਤੁਸੀਂ ਖਾਲਸੇ ਨੂੰ ਬਖਸ਼ ਲਓ, ਤੁਸੀਂ ਆਪਣੇ ਆਪ ਨੂੰ ਬਖਸ਼ ਲਓ, ਕਿਉਂਕਿ ਜਦੋਂ ਨਹੀਂ ਪੀਓਗੇ, ਨਹੀਂ ਖਾਓਗੇ ਨਸ਼ੇ ਵਗੈਰਾ, ਉਹਦੇ ਨਾਲ ਤੁਹਾਡੀ ਆਪਣੀ ਸਿਹਤ ਨੂੰ ਹੀ ਤੁਸੀਂ ਬਖਸ਼ਣਾ, ਜਾਣੀ ਆਪਣੇ ਆਪ ਤੇ ਤਰਸ ਕਰਨਾ, ਨਾ ਕਿ ਖਾਲਸੇ ਤੇ ਤਾਂ ਆਪਣੇ ਆਪ ਹੀ ਹੋ ਜਾਣਾ ਜਦੋਂ ਤੁਸੀਂ ਆਪਣੇ ਆਪ ਤੇ ਤਰਸ ਕਰੋਗੇ। ਜਿਹੜਾ ਆਪਣੇ ਆਪ ਨੂੰ ਕਿੱਲ ਕਰ ਰਹੀ ਆ ਸ਼ਰਾਬਾਂ ਨਾਲ, ਨਸ਼ਿਆਂ ਨਾਲ, ਤੇ ਉਹ ਜਿਹਨੂੰ ਆਪਣੇ ਆਪ ਦਾ ਹੀ ਨਹੀਂ ਪਤਾ ਤੇ ਉਹਨੇ ਕਿਸੇ ਤੇ ਕੀ ਕਰਨਾ ਜੀ। ਸੋ ਉਸ ਤਰੀਕੇ ਦੇ ਨਾਲ ਇਹ ਹੈ ਜੀ ਵੀ ਹੁਣ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਫਿਰ ਨਗਰ ਕੀਰਤਨ ਹੈ ਜਿਹੜਾ ਦੂਸਰਾ ਸਾਡਾ ਰਵਾਇਤੀ ਹੁਣ ਹੋ ਗਿਆ। ਇਹ 1 ਮਈ ਨੂੰ ਐਤਵਾਰ ਹੈ, ਕਿਉਂਕਿ ਹਰ ਇੱਕ ਸਾਲ ਦਾ ਜਿਹੜਾ ਮਹੀਨਾ ਮਈ ਆ ਉਹਦਾ ਜਿਹੜਾ ਪਹਿਲਾ ਸੰਡੇ ਹੁੰਦਾ ਉਸ ਦਿਨ ਨਗਰ ਕੀਰਤਨ ਹੋਣਾ ਹੁੰਦਾ। ਤੇ ਇਹ ਜੀ ਫਿਰ 1 ਮਈ ਨੂੰ ਮਾਲਟਨ ਗੁਰਦੁਆਰਾ ਸਾਹਿਬ ਤੋਂ ਚੱਲ ਕੇ 12 ਵਜੇ ਦੇ ਕਰੀਬ ਜਿਹੜਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੋਣੀ ਹੈ। ਸੰਗਤਾਂ ਦੇ ਕਾਫਲੇ ਨੇ ਮਗਰ ਚੱਲਣਾ ਹੈ ਤੇ ਰਾਹਾਂ ਦੇ ਵਿੱਚ ਤੁਹਾਨੂੰ ਪਤਾ ਵੀ ਖੁੱਲ੍ਹੇ ਪ੍ਰਬੰਧ ਸੰਗਤਾਂ ਨੇ, ਵਾਲੰਟੀਅਰਸ ਨੇ, ਪ੍ਰਬੰਧਕਾਂ ਨੇ ਕੀਤੇ ਹੁੰਦੇ ਆ। ontario ਗੁਰਦੁਆਰਾ ਕਮੇਟੀ ਦੇ ਜਿੰਨੇ ਵੀ ਵਾਲੰਟੀਅਰਸ ਨੇ ਜੀ ਕਾਫੀ ਉਹਨਾਂ ਦੇ ਵੱਲੋਂ ਆਪਣੀ ਤਿਆਰੀ ਹੈ ਜਿਹੜੀ ਉਹ ਜਾਰੀ ਹੈ ਜੀ। ਸਿੱਖ ਸਪਿਰਿਚੁਅਲ ਸੈਂਟਰ ਵਿਖੇ ਜਿਹੜਾ ਜੀ 5 ਵਜੇ ਦੇ ਕਰੀਬ ਉਹ ਕਾਫਲਾ ਜਿਹੜਾ ਜੀ ਪਹੁੰਚਣਾ। ਥੋੜੀ ਜਿਹੀ ਮੋਡੀਫਿਕੇਸ਼ਨ ਹੈ ਇਸ ਵਾਰ ਸ਼ਾਇਦ ਰੂਟ ਦੇ ਵਿੱਚ, ਪਰ ਉਹ ਬੜੀ ਮਾਮੂਲੀ ਜਿਹੀ ਆ। ਉੱਥੇ ਜਾ ਕੇ ਪਹੁੰਚ ਕੇ ਆਲਮੋਸਟ ਫਿੰਚ ਐਵੀਨਿਊ ਤੇ ਕੈਰੀ ਡਰਾਈਵ ਦੇ ਬਿਟਵੀਨ ਥੋੜੀ ਇੱਕ ਚੇਂਜ ਹੈਗੀ ਆ ਕੰਸਟਰਕਸ਼ਨ ਕਰਕੇ, ਬਟ ਉਹ ਬੜੀ ਮਾਈਨਰ ਹੈ। ਸੋ ਉਸ ਲਿਹਾਜ਼ ਨਾਲ ਇਹ ਹੈ ਜੀ ਵੀ ਇਹ ਸ਼ਾਨੋ ਸ਼ੌਕਤ ਦੇ ਨਾਲ ਖਾਲਸਾਈ ਜਾਹੋ ਜਲਾਲ ਦੇ ਨਾਲ ਜਿਹੜਾ ਨਗਰ ਕੀਰਤਨ ਹੈ ਇਹ 1 ਮਈ ਨੂੰ ਹੋਏਗਾ ਜੀ।
ਕੈਨੇਡੀਅਨ OPP ਨੇ ਅਰੈਸਟ ਕੀਤਾ ਹੈ ਜੀ ਐਂਡ ਚਾਰਜ ਫॉर ਇੰਪੇਅਰਡ ਡਰਾਈਵਿੰਗ, ਜਿਸ ਦੇ ਵਿੱਚ ਭੰਗ ਲੱਭੀ ਗਈ ਜੀ। ਰਵਿੰਦਰ ਸਿੰਘ ਬਰੈਂਪਟਨ ਦਾ ਰਹਿਣ ਵਾਲਾ ਜੀ, ਸਿੱਧਾ ਪਤੰਦਰ ਨੇ ਪੂਰੀ ਗੱਡੀਆਂ ਖੰਭੇ 'ਚ ਮਾਰੀ ਹਾਈਵੇ 10 ਦੇ ਇਲਾਕੇ ਦੇ ਵਿੱਚ। ਇਹ ਹੁਣ ਫਿਰ ਭੱਲ ਨਾ ਪਛਣ ਵਾਲੀ ਗੱਲ ਹੀ ਆ ਨਾ ਜੀ। ਜੇ ਆਪਾਂ ਕਹਿੰਦੇ ਆ ਵੀ ਸਾਨੂੰ ਕੈਨੇਡਾ ਚਾਹੀਦਾ, ਸਾਨੂੰ ਸਵਰਗ ਚਾਹੀਦਾ, ਤੇ ਜਦੋਂ ਸਾਡੇ ਦਿਮਾਗ 'ਚ ਨਰਕ ਹੈ ਤੇ ਬਾਹਰਲਾ ਸਵਰਗ ਕੀ ਕਰੇਗਾ? ਸਾਡੇ ਦਿਮਾਗ 'ਚ ਨਰਕ ਹੈ। ਹੁਣ ਭੰਗ ਪੀ ਕੇ, ਮਤਲਬ ਇਹ ਹੁਣ ਪੁਲਿਸ ਨੇ ਪਹਿਲਾਂ ਤੇ ਇਹਨੇ ਖੰਭੇ 'ਚ ਗੱਡੀ ਮਾਰੀ, ਪੁਲਿਸ ਨੂੰ ਲੱਗਾ ਵੀ ਇਹ ਕੋਈ ਹੋਸ਼ ਇਹਦਾ ਕਾਇਮ ਨਹੀਂ ਲੱਗਦਾ, ਹਨਾ। ਤੇ ਫਿਰ ਜਦੋਂ ਦੇਖਿਆ ਵੀ ਗੱਡੀ 'ਚ ਭੰਗ ਜਾਣੀ ਰੈਡੀ ਸੀ, ਅਵੇਲੇਬਲ ਸੀ, ਗਾਂ ਹੋਰ ਵੀ ਸ਼ਗਨ ਚੁਕਾਉਣ ਦੇ ਹਿਸਾਬ ਨਾਲ ਜੋ ਵੀ ਹੋਊ ਉਹਨਾਂ ਦਾ ਤਰੀਕਾ, ਤੇ ਇੱਕ ਤੇ ਉਹ ਭੰਗ ਉਹਦੀ ਗੱਡੀ 'ਚੋਂ ਵੀ ਮਿਲ ਗਈ। ਦੂਜਾ ਜਦੋਂ ਫਿਰ ਟੈਸਟ ਕੀਤਾ ਤੇ ਉਹ ਕਾਫੀ ਸਾਰੀ ਉਹਦੇ ਖੂਨ 'ਚੋਂ ਵੀ ਜਾਣੀ ਪਤਾ ਲੱਗਾ ਵੀ ਇਹ ਤਾਂ ਇੰਪੇਅਰਡ ਹੋ ਕੇ ਜਾਣੀ ਚਲਾ ਰਿਹਾ ਸੀਗਾ ਗੱਡੀ। ਤੇ ਫਿਰ ਇਹੋ ਜਿਹੇ ਮੌਕੇ ਤੇ ਜੀ ਵੀ ਉਹ ਗੰਢੇ ਖਾਣ ਵਾਲੀ ਗੱਲ ਵੀ ਹੋ ਜਾਂਦੀ ਹੈ, ਤੇ ਨਾਲੇ ਤੇ ਖੰਭੇ 'ਚ ਮਾਰ ਕੇ ਗੱਡੀ ਭੰਨ ਲਈ, ਨਾਲੇ ਖੰਭਾ ਭੰਨ ਦਿੱਤਾ ਹੋਊ, ਤੇ ਨਾਲ ਫਿਰ ਨੈਚੁਰਲੀ ਆ ਫਿਰ ਹੁਣ ਇੰਸ਼ੋਰੈਂਸ ਦਾ ਸਿਲਸਿਲਾ ਵੀ ਸ਼ੁਰੂ ਹੋ ਜਾਣਾ। ਪਰ ਉਹ ਤੋਂ ਪਹਿਲਾਂ ਜਾਣੀ ਕਿ ਔਰੰਜਵਿਲ ਕੋਰਟ ਦੇ ਵਿੱਚ ਜਿਹੜਾ ਉਹ ਕਚਹਿਰੀ ਦੇ ਮੇਲੇ ਦੇ ਵਿੱਚ ਵਾਧਾ ਉਹ ਇਹਨੂੰ ਕਰਨਾ ਪੈਣਾ। ਸੋ ਇਹਦੇ ਤੋਂ ਪਹਿਲਾਂ ਜਾਣੀ ਕਿ ਫਿਰ ਪਹਿਲਾਂ ਹੁੰਦਾ ਆਪਾਂ ਦਿਮਾਗਾਂ ਦੀ ਬਣਤਰ ਦੇਖਦੇ ਹਾਂ ਅਰਸ਼, ਵੀ ਅਸੀਂ ਪਹਿਲਾਂ ਨਸ਼ਈ ਹੋ ਕੇ ਸ਼ਰਾਬੀ ਹੋ ਕੇ ਗੱਡੀ ਚਲਾਉਣੇ ਆ, ਜਦੋਂ ਚਾਰਜ ਹੋਣੇ ਆ ਤੇ ਫਿਰ ਵਕੀਲ ਲੱਭਦੇ ਫਿਰਦੇ ਆ ਵੀ ਮੈਨੂੰ ਹੁਣ ਬਚਾ ਲਵੇ। ਸਿੰਪਲ ਤਰੀਕਾ ਤਾਂ ਹੈਗਾ ਵੀ ਤੁਸੀਂ ਨਾ ਇਹ ਯਾਬ ਹੀ ਨਾ ਲਓ ਆਪਣੀ ਜ਼ਿੰਦਗੀ ਦੇ ਵਿੱਚ, ਸਹੇੜੋ ਹੀ ਨਾ ਇਹੋ ਗੱਲ। ਰਾਈਟ। ਪਰ ਫਿਰ ਹੋਰ ਅਫਸੋਸ ਹੁੰਦਾ ਵੀ ਜਿਹੜਾ ਬੰਦਾ ਇੰਡੀਆ ਤੋਂ ਆਪਾਂ ਚੱਲ ਕੇ ਆਉਂਦੇ ਆ ਨਾ ਬਾਹਰਲੇ ਕਿਸੇ ਵੀ ਦੇਸ਼ ਤੋਂ, ਵੀ ਉਹ ਆ ਕੇ ਜਦੋਂ ਇੱਥੇ ਏਦਾਂ ਦਾ ਚੰਦ ਚਾੜਦਾ, ਕੋਈ ਰੀਜ਼ਨ ਨਹੀਂ ਬਣਦਾ ਵੀ ਕੋਈ ਬੰਦਾ ਸ਼ਰਾਬੀ ਹੋ ਕੇ ਨਸ਼ਈ ਹੋ ਕੇ ਡਰਾਈਵਿੰਗ ਕਰੇ। ਕੋਈ ਰੀਜ਼ਨ ਨਹੀਂ, ਇਹਦਾ ਕੋਈ ਬਹਾਨਾ ਨਹੀਂ ਸਾਡੇ ਕੋਲ। ਨਹੀਂ ਤੇ ਸਫਾਈਆਂ ਤੇ ਬਹੁਤ ਆ ਨਾ, ਹਰ ਪੁੱਠਾ ਕੰਮ ਕਰਕੇ ਸਫਾਈ ਦੇ ਦਿੰਦੇ ਮੇਰੀ ਮਜਬੂਰੀ ਸੀ। ਵੀ ਸ਼ਰਾਬੀ ਹੋ ਕੇ ਗੱਡੀ ਚਲਾਉਣੀ, ਨਸ਼ਈ ਹੋ ਕੇ ਗੱਡੀ ਚਲਾਉਣੀ, ਇਹਦੀ ਕੀ ਸਫਾਈ ਹੋ ਸਕਦੀ ਹੈ? ਸੋ ਇਸ ਕਰਕੇ ਇਹ ਆ ਜੀ ਵੀ ਇਹ ਰੁਪਿੰਦਰ ਸਿੰਘ 26 ਸਾਲ ਦਾ ਬਰੈਂਪਟਨ ਦਾ ਵਾਸੀ ਆ। ਆਮ ਤੌਰ ਤੇ ਆਪਾਂ ਕਹਿੰਦੇ ਹੁੰਦੇ ਆ ਵੀ ਕੈਨੇਡਨ ਦੇ ਵਿੱਚ ਜਿਹੜੇ ਲੋਕ ਇਹ ਸਪੀਡਿੰਗ ਕਰਦੇ ਆ, ਇੰਪੇਅਰਡ ਜਾਂ ਅਦਰਵਾਈਜ਼ ਇਹ ਟ੍ਰੈਫਿਕ ਦੀਆਂ ਇਨਫਰੈਕਸ਼ਨਸ ਦੇ ਵਿੱਚ ਚਾਰਜ ਹੁੰਦੇ ਜਾਂ ਹੁੰਦੀਆਂ ਆ, ਮੈਜੋਰਿਟੀ ਉਹਨਾਂ ਦੇ ਵਿੱਚੋਂ ਉਹ ਉਸ ਪਿੰਡ ਦੇ ਵਾਸੀ ਨਹੀਂ ਹੁੰਦੇ ਲੋਕ ਜੀ। ਇਹ ਵੀ ਜਿੱਦਾਂ ਹੁਣ ਭਾਈ ਸਾਹਿਬ ਆਮ ਤੌਰ ਤੇ ਜਾਣੀ ਇੱਥੇ ਆਲੇ ਦੁਆਲੇ ਦੇ ਸ਼ਹਿਰਾਂ ਦੇ ਉਹ ਲੋਕ ਹੁੰਦੇ ਆ। ਸੋ ਇਹ ਰਾਤ ਨੂੰ ਜਾਣੀ 11 ਕੁ ਵਜੇ ਤੋਂ ਪਹਿਲਾਂ ਇਹਨੇ ਗੱਡੀ ਜਿਹੜੀ ਆ ਖੰਭੇ ਦੇ ਵਿੱਚ ਮਾਰ ਬੈਠਾ ਹਾਈਵੇ 10 ਦੇ ਉੱਤੇ। ਤੇ ਉਸ ਤੋਂ ਬਾਅਦ ਜਦੋਂ ਟਿਕਟ ਟੁੱਟ ਲਿਖਾਂਦਾ ਸੀਗਾ ਵੀ ਨਹੀਂ ਸੰਭਲ ਸਕਦਾ ਸੀ, ਫਿਰ ਇਹਨੂੰ ਥਾਣੇ ਲਗਾਏ, ਉੱਥੇ ਫੜ ਕੇ ਦੇਖਿਆ ਇਹਦਾ ਹਿਸਾਬ ਕਿਤਾਬ, ਤੇ ਮੁੜ ਕੇ ਉਸ ਤੋਂ ਬਾਅਦ ਇਹਨੂੰ ਚਾਰਜ ਕੀਤਾ, ਗੱਡੀ ਇਹਦੀ ਜ਼ਬਤ ਕੀਤੀ, ਡਰਾਈਵਿੰਗ ਲਾਇਸੈਂਸ ਇਹਦਾ ਜ਼ਬਤ ਕੀਤਾ, ਹਨਾ। ਹੁਣ ਆ ਗਿਆ ਨਾ ਸੜਕ ਤੇ ਫਿਰ। ਸੋ ਇਸ ਕਰਕੇ ਹੁਣ ਗਾਂਹ ਬਾਕੀ ਤਰੀਕਾਂ ਪੈਣੀਆਂ ਸ਼ੁਰੂ ਹੋ ਗਈਆਂ, ਤੇ ਵਕੀਲ ਸਾਹਿਬ ਦੀ ਤਾਂ ਮੌਜ ਲੱਗ ਹੀ ਜਾਂਦੀ ਨਾ। ਇਸ ਕਰਕੇ ਵਕੀਲਾਂ ਨੇ ਤਾਂ ਫਿਰ ਨੈਚੁਰਲੀ ਆਪਣੀ ਫੀਸ ਉਹਨਾਂ ਨੇ, ਕਿਉਂਕਿ ਉਹ ਉਹਨਾਂ ਦਾ ਬਿਜ਼ਨਸ ਹੈ, ਉਹਨਾਂ ਦਾ ਇਹ ਕਾਰੋਬਾਰ ਹੈ, ਉਹਨਾਂ ਨੇ ਤਾਂ ਫਿਰ ਆਪਣੀ ਫੀਸ ਮੰਗਣੀ ਆ। ਪਰ ਸਭ ਤੋਂ ਸੌਖਾ ਕੰਮ ਇਹੀ ਆ, ਆਪਾਂ ਪਿਛਲੇ ਸ਼ਨੀਚਰਵਾਰ ਖੁੱਲ ਕੇ ਗੱਲ ਕੀਤੀ ਸੀਗੀ, ਹਨਾ, ਵੀ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਇਹ ਤੋਂ ਵੱਧ ਹੋਰ ਤਾਂ ਕਿਸੇ ਗੱਲ ਦੀ ਲੋੜ ਤਾਂ ਜੀਵਨ 'ਚ ਹੈ ਹੀ ਨਹੀਂ ਹੈ। ਇੰਨੇ ਯੱਬ ਅਸੀਂ ਆਪ ਸਹੇੜੇ ਹੋਏ ਆ ਵੀ ਸਰਕਾਰ ਨੇ ਜੇ ਠੇਕਾ ਖੋਲਿਆ, ਦੁਕਾਨਾਂ ਖੋਲੀਆਂ ਹੋਣਗੀਆਂ, ਸਾਨੂੰ ਕਿਹੜਾ ਉਹ ਦਿਸਦੀਆਂ ਨੇਗੀਆਂ, ਜਦੋਂ ਆਪਾਂ ਉੱਥੇ ਜਾਣਾ ਹੀ ਨਹੀਂ ਸਾਨੂੰ ਕੀ ਲੱਗੇ। ਜਦੋਂ ਅਸੀਂ ਨਹੀਂ ਜਾਵਾਂਗੇ ਸਰਕਾਰ ਆਪੇ ਨਹੀਂ ਖੋਲੂਗੀ, ਆਪੇ ਬੰਦ ਕਰ ਲੈਣਗੇ ਉਹ। ਪਰ ਜਦੋਂ ਜਾ ਕੇ ਲਾਈਨਾਂ ਤੇ ਉੱਥੇ ਅਸੀਂ ਆਪ ਲਾਉਨੇ ਆ, ਸਰਕਾਰ ਜਾਂ ਤੇ ਹੋਵੇ ਸਾਨੂੰ ਉੱਥੇ ਬੰਨ ਕੇ ਲਿਜਾ ਰਹੀ ਵੀ ਜ਼ਰੂਰ ਖਰੀਦੋ, ਹਨਾ। ਇਹ ਤਾਂ ਮੰਨ ਲਈ ਗੱਲ ਵੀ ਸਰਕਾਰ ਦੀ ਗਲਤੀ ਆ ਜੀ। ਸੋ ਇਸ ਕਰਕੇ ਵੀ ਜਦੋਂ ਨਹੀਂ ਸਰਕਾਰ ਖੋਲਦੀ, ਉਦੋਂ ਆਪਾਂ ਹੋਰ ਕਿਤੋਂ ਜਾ ਕੇ ਲੈ ਆਉਂਦੇ ਆ, ਨਾਲ ਦੇ ਸ਼ਹਿਰ ਚੋਂ ਲੈ ਆਉਂਦੇ ਆ, ਨਾਲ ਦੇ ਜ਼ਿਲ੍ਹੇ ਚੋਂ ਲੈ ਆਉਂਦੇ ਆ, ਨਾਲ ਦੀ ਪ੍ਰੋਵਿੰਸ ਵਿੱਚੋਂ ਲੈ ਆਉਂਦੇ ਆ, ਅਮਰੀਕਾ ਚੋਂ ਜਾ ਕੇ ਲੈ ਆਉਂਦੇ ਆ। ਕਿੰਨੇ ਆਪਾਂ ਜਾਣੀ ਕਿ ਬਹਾਨੇ ਰੱਖੇ ਹੋਏ ਆ। ਸੋ ਤਦ ਕਰਕੇ ਇਹ ਆ ਵੀ ਜੇ ਨਾਮ ਦੀ ਖੁਮਾਰੀ ਚੜੀ ਹੋਈ ਆ ਤੇ ਕਿਸੇ ਇਹ ਜਿਹੜੇ ਭੈੜ ਨੇ ਬਿਲਕੁਲ ਜੀਵਨ 'ਚ ਤੁਹਾਡੀਆਂ ਤਬਾਹੀਆਂ ਨਹੀਂ ਆ ਸਕਦੀਆਂ। ਤੁਸੀਂ ਇੰਪੇਅਰ ਡਰਾਈਵਿੰਗ 'ਚ ਚਾਰਜ ਨਹੀਂ ਹੋ ਸਕਦੇ, ਤੁਹਾਨੂੰ ਮਹਿੰਗਾ ਵਕੀਲ ਨਹੀਂ ਲੱਭਣਾ ਪੈ ਸਕਦਾ, ਜ਼ਿੰਦਗੀ ਤੁਹਾਡੀ ਇੱਕਦਮ ਸਮੂਥ ਜਿਹੜੀ ਆ ਉਹ ਚੱਲਦੀ ਹੈ। ਪਰ ਇਹ ਯੱਬ ਜਿਹਨਾਂ ਲੋਕਾਂ ਨੇ ਆਪਣੀਆਂ ਜ਼ਿੰਦਗੀਆਂ 'ਚ ਜਾਣ ਬੁੱਝ ਕੇ ਪਾਏ ਹੋਏ ਨੇ, ਨਾਲ ਫਿਰ ਬਚਾਓ ਦੇ ਲਈ ਬਾਅਦ ਦੇ ਵਿੱਚ ਅੱਧੀ ਕੁ ਜ਼ਿੰਦਗੀ ਦਾ ਖੱਜਲ ਖਰਾਬੀਆਂ ਕੈਨੇਡਾ ਵਰਗੇ ਮੁਲਕ ਦੇ ਵਿੱਚ ਹੁੰਦੀਆਂ, ਆਪੇ ਫਾਥੜੀਏ ਤੈਨੂੰ ਕੌਣ ਛਡਾਵੇ ਵਾਲੀ ਗੱਲ ਹੋ ਜਾਂਦੀ ਹੈ। ਜੋਸ ਸਾਹਿਬ, ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।